ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਤੇ ਵੱਡੀਆਂ ਖਬਰਾਂ। ਰੁਕ ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵੱਲ ਕਰਾਂਗੇ। ਪੰਜਾਬ ਦੀ ਸਿਆਸਤ ਦੇ ਵਿੱਚ ਬੇਅਦਬੀ ਮਾਮਲੇ ਅਤੇ ਦੋ ਨਾਮ ਬੜੀਆਂ ਚਰਚਾਵਾਂ ਦੇ ਵਿੱਚ ਨੇ। ਉਹ ਨਾਮ ਸੀ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ। ਇਸੇ ਦੇ ਵਿਚਕਾਰ ਹੁਣ ਇੱਕ ਨਾਮ ਹੋਰ ਗਰਜਿਆ ਹੈ, ਉਹ ਨਾਮ ਹੈ ਸੁਰਜੀਤ ਸਿੰਘ ਧੀਮਾਨ ਦਾ। ਅਮਰਗੜ੍ਹ ਤੋਂ ਵਿਧਾਇਕ ਨੇ ਕਾਂਗਰਸ ਦੇ ਸੁਰਜੀਤ ਸਿੰਘ ਧੀਮਾਨ, ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਵਿਜੀਲੈਂਸ ਦੀ ਜਾਂਚ ਦੇ ਨਾਲ ਕਿਸੇ ਨੂੰ ਨਾ ਡਰਾਇਆ ਜਾਵੇ। ਜੇਕਰ ਜਾਂਚ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਮੇਰੇ ਤੇ ਕਰੋ ਅਤੇ ਅਜਿਹੀ ਜਾਂਚ ਕਰਾਓ ਕਿ ਜਾਂਚ ਜਾਂ ਤਾਂ ਹਾਈ ਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਵੇ ਜਾਂ CBI ਤੋਂ। ਸਾਰੀਆਂ ਜਾਂਚਾਂ ਮੇਰੇ ਤੋਂ ਸ਼ੁਰੂ ਕੀਤੀਆਂ ਜਾਣ। ਇਸ ਗੱਲ ਦੇ ਨਾਲ ਉਹਨਾਂ ਨੇ ਆਪਣੀ ਗੱਲ ਦੀ ਸ਼ੁਰੂਆਤ ਕੀਤੀ ਹੈ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਖਲਬਲੀ ਹੈ। ਉਧਰ ਬੀਤੇ ਦਿਨ ਹੀ ਨਵਜੋਤ ਸਿੰਘ ਸਿੱਧੂ ਵੀ ਟਵੀਟ ਕਰ ਦਿੰਦੇ ਨੇ, ਜਿਸ ਟਵੀਟ ਦੇ ਵਿੱਚ ਵਿਧਾਇਕਾਂ ਨੂੰ ਦਿੱਲੀ ਜਾਣ ਦਾ ਹੋਕਾ ਦੇ ਦਿੰਦੇ ਨੇ। ਉਹ ਵਿਧਾਇਕਾਂ ਅਤੇ ਮੈਂਬਰਾਂ ਤੇ ਸਾਰੇ ਹੀ ਮੰਤਰੀਆਂ ਨੂੰ ਕਹਿ ਰਹੇ ਨੇ ਕਿ ਜੇਕਰ ਤੁਸੀਂ ਆਪਣੀ ਗੱਲ ਰੱਖਣੀ ਆ ਤਾਂ ਦਿੱਲੀ ਹਾਈ ਕਮਾਨ ਦੇ ਕੋਲ ਜਾਓ। ਇਸ ਟਵੀਟ ਦੇ ਵਿੱਚ ਸਾਫ਼ ਤੌਰ ਦੇ ਉੱਤੇ ਜ਼ਿਕਰ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ ਹੈ। ਇਸ ਤੋਂ ਬਾਅਦ ਕੀ ਨਵੀਂ ਸਿਆਸਤ ਦੇ ਵਿੱਚ ਖਲਬਲੀ ਮਚੇਗੀ, ਇਸ ਦੇ ਲਈ ਸਿੱਧਾ ਚੱਲਦੇ ਹਾਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ? ਇੱਕ ਪਾਸੇ ਸੁਰਜੀਤ ਸਿੰਘ ਧੀਮਾਨ ਚੈਲੰਜ ਕਰ ਦਿੰਦੇ ਨੇ ਕਿ ਮੇਰੇ ਤੋਂ ਕਰੋ ਜਿਹੜੀ ਇਨਕੁਆਇਰੀ ਦੀ ਸ਼ੁਰੂਆਤ ਕਰਨੀ ਹੈ, ਤੇ ਉਧਰ ਨਵਜੋਤ ਸਿੰਘ ਸਿੱਧੂ ਸਲਾਹ ਦੇ ਦਿੰਦੇ ਨੇ ਕਿ ਸਾਰੇ ਵਿਧਾਇਕ ਦਿੱਲੀ ਦੇ ਵੱਲ ਰੁਖ ਕਰ ਲੈਣ, ਦਿੱਲੀ ਜਾ ਕੇ ਹਾਈ ਕਮਾਨ ਦੇ ਅੱਗੇ ਆਪਣਾ ਪੱਖ ਰੱਖਣ। ਦੇਖੋ, ਇਹ ਬਹੁਤ ਵੱਡੀ ਗੱਲ ਹੈ। ਨਵਜੋਤ ਸਿੰਘ ਸਿੱਧੂ ਨੇ ਜਿਹੜਾ ਟਵੀਟ ਕੀਤਾ ਤਾਜ਼ਾ ਕੱਲ ਵਾਲਾ, ਜੀ ਚ ਉਹਨਾਂ ਨੇ ਕਿਹਾ ਹੈ ਕਿ ਹਾਈ ਕਮਾਂਡ ਤੱਕ ਆਪਣੀ ਆਵਾਜ਼ ਪਹੁੰਚਾਓ। ਸਿੱਧੂ ਕਹਿ ਰਿਹਾ ਮੈਂ ਤਾਂ ਲਗਾਤਾਰ ਹਾਈ ਕਮਾਂਡ ਨੂੰ ਆਵਾਜ਼ ਪਹੁੰਚਾ ਰਿਹਾ। ਇਹਦਾ ਮਤਲਬ ਹੈ ਸਿੱਧੂ ਹਾਈ ਕਮਾਂਡ ਨੂੰ ਸਾਰੀਆਂ ਅਸਲ ਸਥਿਤੀਆਂ ਤੋਂ ਪਹਿਲਾਂ ਹੀ ਵਾਕਿਫ ਕਰਾ ਰਹੇ ਨੇ ਔਰ ਉਹ ਸ਼ੱਕ ਹੋਰ ਪੁਖਤਾ ਹੋ ਰਿਹਾ। ਜੀ ਚ ਅਸੀਂ ਲਗਾਤਾਰ ਸਮਝ ਰਹੇ ਹਾਂ ਕਿ ਹਾਈ ਕਮਾਂਡ ਨੂੰ ਸਾਰੀਆਂ ਸਥਿਤੀਆਂ ਦਾ ਪਤਾ ਹੈ ਤੇ ਹਾਈ ਕਮਾਂਡ ਸਿੱਧੂ ਦੀ ਵੀ ਗੱਲ ਨੂੰ ਸਮਝ ਰਹੀ ਹੈ। ਸੋ ਇੱਕ ਤਾਂ ਹਾਈ ਕਮਾਂਡ ਦਾ ਇਹ ਪੱਖ ਹੋ ਗਿਆ ਕਿ ਉਹ ਦੂਸਰਿਆਂ ਦੀ ਗੱਲ ਵੀ ਸੁਣ ਰਹੀ ਹੈ, ਦੂਸਰਿਆਂ ਦੀ ਗੱਲ ਨੂੰ ਕਿਸ ਰੂਪ 'ਚ ਦੇਖ ਰਹੀ ਹੈ। ਤੀਸਰੀ ਗੱਲ, ਸੁਰਜੀਤ ਧੀਮਾਨ ਵੀ ਕਾਂਗਰਸ ਦੇ ਬੜੇ ਸੀਨੀਅਰ ਵਿਧਾਇਕ ਨੇ, ਉਹਨਾਂ ਨੂੰ ਵੀ ਇਹ ਚਰਚਾਵਾਂ ਤੋਂ ਇਤਰਾਜ਼ ਹੈ, ਵਿਜੀਲੈਂਸ ਦੀ ਇਨਕੁਆਇਰੀ ਦੀਆਂ ਚਰਚਾਵਾਂ ਤੋਂ। ਉਹ ਕਹਿੰਦੇ ਨੇ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਦੇਖੋ, ਬਹੁਤ ਸਾਰੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਵਿਰੋਧ ਕੀਤਾ ਕਿ ਸਰਕਾਰ 'ਚ ਅਜਿਹੀਆਂ ਚਰਚਾਵਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਜਿੰਨੇ ਵੀ ਇਮਾਨਦਾਰ ਵਿਧਾਇਕ ਨੇ ਕਾਂਗਰਸ ਦੇ ਉਹ ਸਾਰੇ ਕਹਿੰਦੇ ਨੇ ਵੀ ਸਾਡੇ ਤੋਂ ਜਾਂਚ ਸ਼ੁਰੂ ਕਰੋ। ਅਗਰ ਕੋਈ ਇਹੋ ਜਿਹੀ ਜਾਂਚ ਕਰਨੀ ਹੈ ਤੇ ਸਾਡੇ ਤੋਂ ਜਾਂਚ ਸ਼ੁਰੂ ਕਰੋ। ਇਹਦਾ ਮਤਲਬ ਕੀ ਹੈ ਕਿ ਸਰਕਾਰ ਦੀ ਅਗਰ ਛਵੀ ਬਣੀ, ਅਗਰ ਸਰਕਾਰ ਨੇ ਵਿਜੀਲੈਂਸ ਜਾਂਚ ਕਰਨੀ ਵੀ ਨਹੀਂ ਸੀ ਤੇ ਇਹ ਗੱਲ ਦਾ ਖੰਡਨ ਵੀ ਨਹੀਂ ਸਰਕਾਰ ਨੇ ਕੀਤਾ ਖੁੱਲ ਕੇ ਆ ਕੇ। ਸੁਨੀਲ ਜਾਖੜ ਨੇ ਕਿਹਾ ਕਿ ਅਜਿਹੀ ਜਾਂਚ ਕੁਛ ਨਹੀਂ। ਕੋਈ ਪ੍ਰੈਸ ਨੋਟ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਜਾਣਾ ਚਾਹੀਦਾ ਸੀ ਕਿ ਕਿਸੇ ਵਿਧਾਇਕ ਦੇ ਖਿਲਾਫ ਇਸ ਤਰ੍ਹਾਂ ਦੀ ਸਾਡੀ ਕੋਈ ਜਾਂਚ ਦਾ ਕੋਈ ਲੋੜ ਨਹੀਂ ਹੈ ਹਾਲ ਦੀ ਘੜੀ। ਪਰ ਸਰਕਾਰ ਨੇ ਕੋਈ ਅਫੀਸ਼ੀਅਲ ਪ੍ਰੈਸ ਨੋਟ ਇਹਦੇ ਤੇ ਜਾਰੀ ਨਹੀਂ ਕੀਤਾ। ਪਰ ਸੁਰਜੀਤ ਧੀਮਾਨ ਨਹੀਂ, ਹੋਰ ਵੀ ਕਈ ਕਾਂਗਰਸ ਦੇ ਇਮਾਨਦਾਰ ਵਿਧਾਇਕ ਕਹਿ ਰਹੇ ਨੇ ਕਿ ਜੇ ਜਾਂਚ ਕਰਨੀ ਹੈ ਤੇ ਸਾਡੀ ਕਰੋ, ਪਰ ਪਾਰਟੀ 'ਚ ਇਸ ਤਰੀਕੇ ਦੀਆਂ ਚਰਚਾਵਾਂ ਤੇ ਮਾਹੌਲ ਨਹੀਂ ਬਣਨਾ ਚਾਹੀਦਾ। ਸੋ ਇਹ ਸਿਆਸਤ ਇਹਨਾਂ ਸਾਰੇ ਮੁੱਦਿਆਂ ਤੇ ਬਹੁਤ ਜ਼ਿਆਦਾ ਗਰਮ। ਜਿਹੜਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਉਧਰ ਬੀਤੇ ਦਿਨ ਹੀ ਚੰਡੀਗੜ੍ਹ ਦੇ ਵਿੱਚ ਕਰੋਨਾ ਰਿਵਿਊ ਬੈਠਕ ਹੋਈ ਹੈ। ਇਸ ਰਿਵਿਊ ਬੈਠਕ ਦੇ ਵਿੱਚ ਵੱਡੇ ਐਲਾਨ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੇ ਨੇ। ਇੱਕ ਰਾਹਤ ਦੀ ਖਬਰ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਲਾਕਡਾਊਨ ਨਹੀਂ ਲੱਗੇਗਾ, ਜਿਹੜੀਆਂ ਪੁਰਾਣੀਆਂ ਹਦਾਇਤਾਂ ਨੇ ਉਹੀ ਲਾਗੂ ਰਹਿਣਗੀਆਂ ਤੇ ਹੋਰ ਕਈ ਨਵੀਆਂ ਹਦਾਇਤਾਂ ਜਿਹੜੀਆਂ ਲਾਗੂ ਹੋਣਗੀਆਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਵੱਡੀ ਰਾਹਤ ਦੀ ਖਬਰ ਹੈ ਕਿ ਪੰਜਾਬ ਨੇ ਰਾਹਤ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਰਾਹਤ ਰਾਸ਼ੀ ਦਾ ਐਲਾਨ ਹੋਇਆ ਸੀ, ਉਸੇ ਤਰਜ਼ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਰਿਵਿਊ ਬੈਠਕ ਤੋਂ ਬਾਅਦ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਆਖਿਆ ਗਿਆ ਹੈ ਕਿ ਕਰੋਨਾ ਮਹਾਮਾਰੀ ਦੇ ਵਿੱਚ ਅਨਾਥ ਹੋਏ ਸਾਰੇ ਬੱਚਿਆਂ ਦੇ ਨਾਲ ਕਮਾਊ ਜੀ ਗਵਾ ਚੁੱਕੇ ਸਾਰੇ ਪਰਿਵਾਰਾਂ ਨੂੰ 1 ਜੁਲਾਈ 2021 ਤੋਂ 1500 ਰੁਪਏ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ ਪੈਨਸ਼ਨ ਅਤੇ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਮੁਹੱਈਆ ਕਰਵਾਈ ਜਾਏਗੀ। ਇਹ ਸਿਰਫ ਸਰਕਾਰੀ ਕਾਲਜਾਂ ਦੇ ਵਿੱਚ ਲਾਗੂ ਰਹੇਗੀ ਸਕੀਮ। ਤੇ ਨਾਲ ਹੀ ਉਹਨਾਂ ਨੇ ਇਸ ਗੱਲ ਵੀ ਆਖੀ ਕਿ ਮਹਾਮਾਰੀ 'ਚ ਜਿਹੜੇ ਬੱਚੇ ਮਾਂ-ਬਾਪ ਤੋਂ ਮਹਿਰੂਮ ਹੋ ਚੁੱਕੇ ਨੇ ਉਹਨਾਂ ਦਾ ਪਾਲਣ ਪੋਸ਼ਣ ਕਰਨ ਨੂੰ ਸੂਬਾ ਸਰਕਾਰ ਦਾ ਫਰਜ਼ ਵੇਖਿਆ ਜਾ ਰਿਹਾ। ਇਸ ਦੇ ਮੁੱਖ ਰੱਖਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਅਜਿਹੇ ਬੱਚਿਆਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਜਿਨ੍ਹਾਂ ਦੇ ਕਮਾਊ ਜੀ ਕੋਵਿਡ ਦੇ ਦੌਰਾਨ ਜਾ ਚੁੱਕੇ ਨੇ ਉਹਨਾਂ ਦੇ ਲਈ ਰਾਸ਼ਨ ਦਾ ਵੀ ਪ੍ਰਬੰਧ ਮੁਫਤ ਦੇ ਵਿੱਚ ਕਰਵਾਇਆ ਜਾਏਗਾ। ਇਹ ਵੱਡੇ ਐਲਾਨ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੇ ਨੇ। ਤੇ ਉਧਰ ਰਿਵਿਊ ਬੈਠਕ ਤੋਂ ਬਾਅਦ ਕਿਹੜੀਆਂ ਖਾਸ ਗੱਲਾਂ ਹੋਈਆਂ ਨੇ, ਇਸ ਦੇ ਬਾਰੇ ਗੱਲਬਾਤ ਕੀਤੀ ਹੈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ। ਉਹ ਗੱਲਬਾਤ ਸੁਣਦੇ ਹਾਂ। ਕੋਈ ਲਾਕਡਾਊਨ ਸੇਮ ਜਿਹੜੇ ਪਹਿਲਾਂ ਰੂਲ ਸੀ ਉਹ ਸ਼ੁਰੂ ਹੋ ਰਹਿਣਗੇ, ਸਾਡੀ ਜਿਹੜੀ ਪਾਬੰਦੀਆਂ ਉੱਦਾਂ ਰਹਿਣਗੀਆਂ। ਪਲੱਸ ਜਿਹੜੇ ਕੁਛ ਬਾਕੀ ਜਿਹੜਾ ਪ੍ਰੈਸ ਨੋਟ CM ਸਾਹਿਬ ਵੱਲੋਂ ਜਾਰੀ ਹੋਣਾ ਉਹਦੇ 'ਚ ਜਿਹੜਾ ਮੇਨ ਅੱਜ ਜਿਹੜਾ ਸਾਡਾ ਮੁੱਦਾ ਇਹ ਸੀਗਾ ਵੀ ਜਿਹੜੀ ਇੱਕ ਬਲੈਕ ਫੰਗਲ ਦੇ ਉੱਤੇ ਵੀ ਜਿਹੜੀ ਮੈਡੀਸਨ ਬਾਰੇ ਹੋਈ ਹੈ ਤੇ ਉਹਦੇ ਬਾਰੇ ਤਲਵਾਰ ਸਾਹਿਬ ਦੀ ਡਿਊਟੀ ਲੱਗੀ ਹੈ। ਉਹ ਸਾਰਾ ਮੈਡੀਸਨ ਕਰਨ ਉਸ ਤੋਂ ਬਾਅਦ
ਸਰ ਕਿੰਨੇ ਕੁ ਲੋਕ ਪੀੜਿਤ ਪੰਜਾਬ 'ਚ ਕਿੰਨੇ ਕੁ ਕੇਸ ਹੋਣੇ ਹਲੇ? ਹਾਲੇ ਤੱਕ ਪੰਜਾਬ 'ਚ ਜਿਹੜੀ ਮੇਰੀ ਨੌਲੇਜ 'ਚ ਹੈ ਉਹ 5 ਜਾਂ 7 ਕੇਸ ਜਿਹੜੇ ਮੈਨੂੰ ਫੋਨ ਆਏ ਨੇ ਸਮੇਂ ਦੌਰਾਨ ਕੀਤੇ ਤੇ ਉਹ ਕੁਛ ਮੈਡੀਸਨ ਜਿਹੜੀ ਹੈਗੀ ਆ ਉਹ ਬੋਟਡ ਹੈਗੀ ਆ ਇੱਥੇ ਆਪਣੇ ਅਵੇਲੇਬਲ ਨਹੀਂ ਹੈ ਤੇ ਪਰ ਜਿਹੜੀ ਬਾਕੀ ਕੁਛ ਮੈਡੀਸਨ ਦਾ ਸਬਸਟੀਟਿਊਟ ਬਾਰੇ ਡਾਕਟਰ ਤਲਵਾਰ ਨੂੰ ਕਿਹਾ ਗਿਆ ਤੁਸੀਂ ਸਾਰੇ ਜਿਹੜੇ ਐਕਸਪਰਟ ਹੋ ਇਹਦਾ ਕੋਈ ਸਬਸਟੀਟਿਊਟ ਜਿਹੜਾ ਹੈਗਾ ਉਹ ਮਾਰ ਕੇ ਲਿਆਂਦਾ ਜਾਵੇ। ਵੈਕਸੀਨ ਲੈ ਕੋਈ ਸਟੇਟਸ ਹੈ? ਵੈਕਸੀਨ ਲੈ ਕੇ ਵੈਕਸੀਨ ਦਾ ਜਿਹੜੀ ਸਾਨੂੰ ਆ ਰਹੀ ਹੈ ਉਸ ਨੂੰ ਲਾਈ ਜਾਵਾਂਗੇ। ਸਰ ਕਿਹਾ ਜਾ ਰਿਹਾ ਪਲੱਸ ਜਿਹੜੇ ਕੁਛ ਜਿਹੜੇ ਇੰਡਸਟਰੀਸਟ ਜਾਂ ਜਿਹੜੇ ਹੋਰ ਲੋਕ ਨੇ ਜਾਂ ਜਿਹੜੇ ਉਹਨਾਂ ਦੀ ਜਿਹੜੀ ਬਾਹਰਲੀ ਸਪੋਰਟ ਨੇ ਕਿਹਾ ਜਾਂ ਹੋਰ ਉਹਨਾਂ ਸਾਰਿਆਂ ਦੀ ਗੱਲਬਾਤ ਹੋਈ ਹੈ ਕਿ ਜਦੋਂ ਉਹ ਆਉਂਦੀ ਹੈ ਤਾਂ ਅਸੀਂ ਉਹਨੂੰ ਕੋਸ਼ਿਸ਼ ਕਰਾਂਗੇ। ਉਧਰ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਦੇ ਸੰਸਦ ਭਗਵੰਤ ਮਾਨ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਕੋਰੋਨਾ ਕਾਲ ਦੇ ਦਰਮਿਆਨ ਪੰਜਾਬ ਸਰਕਾਰ ਦੀਆਂ ਅਣਦੇਖੀਆਂ ਦੇ ਉੱਤੇ ਵੱਡੇ ਇਲਜ਼ਾਮ ਲਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਛੱਡ ਆਪੋ ਆਪਣੇ ਝਗੜਿਆਂ ਦੇ ਵਿੱਚ ਫਿਰ ਰਹੇ ਨੇ ਕਾਂਗਰਸੀ, ਜਿਸ ਦੇ ਚੱਲਦਿਆਂ ਪੰਜਾਬ ਨੂੰ ਸਾਂਭਣ ਦੀਆਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ ਤੇ ਉਹਨਾਂ ਨੇ ਰਾਹਤ ਰਾਸ਼ੀ ਵੀ ਐਲਾਨ ਦੇ ਲਈ ਮੰਗ ਕੀਤੀ ਸੀ, ਜਿਸ ਤੋਂ ਕੁਝ ਸਮਾਂ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਰਾਹਤ ਰਾਸ਼ੀ ਦਾ ਵੀ ਐਲਾਨ ਕਰ ਦਿੱਤਾ। ਉਹਨਾਂ ਲੋਕਾਂ ਨੇ, ਪਿੰਡਾਂ ਵਾਲੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਕੈਪਟਨ ਸਾਹਿਬ, ਤੁਸੀਂ ਠੀਕ ਹੈ, ਉਹ ਅਲੱਗ ਗੱਲ ਹੈ ਕਿ ਤੁਸੀਂ ਇਹ ਆਪਦੇ ਹਾਰ ਪਹਿਲਾਂ ਹੀ ਮੰਨ ਚੁੱਕੇ ਹੋ ਕਿ ਮੈਂ ਕਿਹੜਾ ਅਗਲੀ ਵਾਰੀ ਆਉਣਾ ਹੈ, ਪਰ ਘੱਟੋ ਘੱਟ ਜਾਂਦੇ 6 ਮਹੀਨੇ ਤੱਕ ਘੱਟੋ ਘੱਟ ਪੰਜਾਬ ਦੇ ਨਾਂ ਲਾ ਦਿਓ। ਜੇ ਨਹੀਂ ਤੁਸੀਂ ਮਤਲਬ ਕਰ ਸਕਦੇ ਤਾਂ ਅਸਤੀਫਾ ਦੇ ਦਿਓ, ਸਰਕਾਰ ਛੱਡ ਦਿਓ ਜੇ ਨਹੀਂ ਚੱਲਦੀ ਤੁਹਾਡੇ ਤੋਂ। ਪਰ ਐਂ ਤਾਂ ਨਾ ਕਰੋ ਨਾ ਕਿ ਮੈਂ ਜਾਂਦਾ ਪੰਜਾਬ ਨੂੰ ਹੀ ਬਰਬਾਦ ਕਰਕੇ ਜਾਊਂਗਾ। ਚਲੋ ਕਾਂਗਰਸ ਤੱਕ ਚਲੋ ਉਹ ਤਾਂ ਉਹਨਾਂ ਦਾ ਆਪਦਾ ਅੰਦਰੂਨੀ ਲੜਾਈ ਹੈ, ਮੈਂ ਨਹੀਂ ਕਹਿੰਦਾ ਕੁਛ, ਠੀਕ ਹੈ ਨਾ। ਪਰ ਇੰਨਾ ਮੈਨੂੰ ਪਤਾ ਹੈ ਕਿ ਇਸ ਵਕਤ ਪੰਜਾਬ ਸਰਕਾਰ ਆਪਦੀਆਂ ਕੁਰਸੀਆਂ ਪਿੱਛੇ ਲੜ ਰਹੀ ਹੈ ਤੇ ਲੋਕ ਜਿਹੜੇ ਨੇ ਆਕਸੀਜਨ ਦੇ ਸਿਲੰਡਰਾਂ ਪਿੱਛੇ ਤੇ ਬੈੱਡ ਪਿੱਛੇ ਲੜ ਰਹੇ ਨੇ। ਉਹ ਪੰਜਾਬ ਪਹਿਲੀ ਗੱਲ ਤਾਂ ਉਹ ਇੱਥੇ ਇੰਨੇ ਲੰਮੇ ਸਮੇਂ ਤੱਕ ਕਿਉਂ ਬਹਿਣਾ ਪੈ ਗਿਆ ਉਹਨਾਂ ਨੂੰ? ਨਲਾਇਕੀ ਕੀਤੀ ਹੈ। ਪੰਜਾਬ ਸਰਕਾਰ ਨੂੰ ਲੀਡ ਲੈਣਾ ਚਾਹੀਦਾ ਸੀ, ਲੀਡ ਕਰਨਾ ਚਾਹੀਦਾ ਸੀ ਕੈਪਟਨ ਸਾਹਿਬ ਨੂੰ ਮੋਦੀ ਕੋਲੇ ਕਿ ਜੀ ਇਹ ਅਗਰੇਰੀਅਨ ਸਟੇਟ ਹੈ ਸਾਡੀ, ਖੇਤੀ ਪ੍ਰਧਾਨ ਸੂਬਾ ਹੈ, ਸਭ ਤੋਂ ਵੱਧ ਸਾਡੇ 'ਤੇ ਅਸਰ ਪੈ ਰਿਹਾ ਹੈ। ਇਹਨਾਂ ਕਾਨੂੰਨਾਂ ਦਾ ਕਾਨੂੰਨ ਵਾਪਸ ਕਰਾਓ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆ ਕੇ ਆਪਣੇ ਘਰਾਂ 'ਚ ਖੇਤੀ ਦੇ ਕੰਮ, ਆਪਦੇ ਖੇਤਾਂ 'ਚ ਕੰਮ ਕਰਨ। ਉੱਥੇ ਇਹ ਤਾਂ ਸਗੋਂ ਉਹਨਾਂ ਨੂੰ ਉਕਸਾਉਂਦੇ ਰਹੇ ਨੇ, ਪਿਕਨਿਕ ਮਨਾਉਂਦੇ ਨੇ, ਇਹ ਵੱਖਵਾਦੀ ਨੇ, ਇਹ ਮਾਓਵਾਦੀ ਨੇ। ਸੋ ਉਹਨਾਂ ਨੂੰ ਉੱਥੇ ਬਹਿਣਾ ਕਿਉਂ ਪੈ ਰਿਹਾ? ਮਜਬੂਰੀ 'ਚ ਬੈਠੇ ਨੇ ਉਹ। ਤੇ ਹੁਣ ਉਹਨਾਂ 'ਤੇ ਤੁਸੀਂ ਲਾਈ ਜਾਓ। ਖੱਟਰ ਸਾਹਿਬ ਵੀ ਕਹਿੰਦੇ ਇਹਨਾਂ ਨੇ ਫੈਲਾਤਾ, ਇੱਥੇ ਵੀ ਤ੍ਰਿਪਤਿੰਦਰ ਬਾਜਵਾ ਕਹਿੰਦਾ ਮੰਤਰੀ ਇਹਨਾਂ ਕਰਕੇ ਫੈਲ ਰਿਹਾ। ਤੁਸੀਂ ਮੈਨੂੰ ਦੱਸੋ ਕਿ ਜਿਹੜਾ ਬਾਕੀ ਮੁਲਕ 'ਚ ਫੈਲਿਆ ਹੋਇਆ ਉਹ ਵੀ ਕਿਸਾਨਾਂ ਕਰਕੇ। ਉਧਰ ਕਾਂਗਰਸ ਪਾਰਟੀ ਦੇ ਸਿੱਧੂ ਕਾਂਗਰਸ ਛੱਡ ਹੁਣ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਚੁੱਕੇ ਨੇ। ਇਹ ਸਿੱਧੂ ਨੇ ਬਲਕਾਰ ਸਿੱਧੂ ਪੰਜਾਬ ਦੇ ਗਾਇਕ ਕਲਾਕਾਰ ਰਹਿ ਚੁੱਕੇ ਨੇ, ਮਕਬੂਲ ਰਹਿ ਚੁੱਕੇ ਨੇ ਤੇ ਹੁਣੇ ਕਾਂਗਰਸ ਪਾਰਟੀ ਨੂੰ ਛੱਡ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਚੁੱਕੇ ਨੇ। ਇਹਨਾਂ ਨੂੰ ਖੁਦ ਭਗਵੰਤ ਮਾਨ ਦੇ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰਵਾਈ ਗਈ ਹੈ। ਇੱਕ ਸੀਨੇ 'ਚ ਦਰਦ ਹੈ ਵੀ ਜੇ ਅਸੀਂ 25-30 ਸਾਲ ਪੰਜਾਬੀਆਂ ਨੇ ਸਾਨੂੰ ਰੋਜੀ ਰੋਟੀ ਦਿੱਤੀ ਆ ਤੇ ਅਸੀਂ ਪੰਜਾਬ ਲਈ ਕਿਉਂ ਨਾ ਪਿਛਲਾ ਸਮਾਂ ਕੱਢਿਆ ਜਾਵੇ। ਉਸ ਕਾਰਨ ਕਰਕੇ ਰਾਜਨੀਤੀ 'ਚ ਆਏ ਸੀਗੇ। ਅੱਜ ਵੀ ਦਰਦ ਹੈ ਕਿਉਂਕਿ ਜੋ ਪੰਜਾਬ ਦੇ ਹਾਲਾਤ ਨੇ ਉਹ ਅਕਾਲੀ ਦਲ ਸਰਕਾਰ ਤੋਂ ਲੈ ਕੇ ਬੜੇ ਗਦਲੇ ਹੋਏ ਨੇ। ਜਵਾਨੀ ਖਾਲੀ ਨਸ਼ਿਆਂ ਨੇ, ਵਿਦੇਸ਼ਾਂ ਦੇ ਵਿੱਚ ਗੱਭਰੂ ਜਾ ਰਹੇ ਨੇ, ਹਾਲਾਤ ਇੰਨੇ ਮਾੜੇ, ਖੁਦਕਸ਼ੀਆਂ ਹੋ ਰਹੀਆਂ। ਉਹਨਾਂ ਕਰਕੇ ਇੱਕ ਇਹ ਸੀਗਾ ਵੀ ਚੱਲ ਇੱਕ ਆਸ ਰੱਖੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਵੀ ਜੇ ਇਹ ਭਲਾ ਕਰ ਦੇਣ, ਮੇਰਾ ਖਿਆਲ ਹੈ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਕੋਈ ਵੀ ਕੀਮਤ ਉਤਾਰਨੀ ਪੈਂਦੀ। ਉਹਨਾਂ ਨੂੰ ਇਹ ਜੋ ਪੰਜਾਬ ਦੇ ਹਾਲਾਤ ਸੀ ਚਿੱਟੇ ਦੇ, ਨਸ਼ਿਆਂ ਦੇ, ਵੱਡੀ ਗੱਲ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਆ, ਉਹ ਬੇਅਦਬੀ ਇਕੱਲੇ ਸਿੱਖਾਂ ਲਈ ਨਹੀਂ, ਇਹ ਸਾਂਝਾ ਧਰਮ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਨੇ। ਉਹ ਜਿਹੜੀ ਇਹਨਾਂ ਨੇ ਸੌਹਾਂ ਖਾਧੀਆਂ ਗੁਟਕਾ ਸਾਹਿਬ ਦੀਆਂ, ਅੱਜ ਆ ਕੇ ਦਿਲ ਟੁੱਟ ਗਿਆ ਵੀ ਇਹਨਾਂ ਨੇ ਤਾਂ ਆਪਣਾ ਹੀ ਰੱਖਿਆ ਵੀ ਮੈਨੂੰ ਗੱਦੀ ਚਾਹੀਦੀ ਹੈ। ਉਹਨਾਂ ਨੂੰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਕੋਈ ਪਿਆਰ ਨਹੀਂ, ਕੋਈ ਮੁਹੱਬਤ ਨਹੀਂ। ਉਹਨਾਂ ਨੂੰ ਆਪਦੀਆਂ ਸੀਟਾਂ, ਆਪਣੀਆਂ ਮਿਨਿਸਟਰੀਆਂ, ਉਹਨਾਂ ਲਈ ਉਹ ਇੱਕ ਦੂਜੇ ਲਈ ਤਾਨੇ ਮੇਨੇ ਹੋ ਰਹੇ ਨੇ। ਵੱਡੀ ਗੱਲ ਇਹ ਹੈ ਪੰਜਾਬ ਦੇ ਹਾਲਾਤ ਕੀ ਆ, ਤੜਫ ਰਿਹਾ, ਮਰ ਰਿਹਾ, ਤੇ ਉਹ ਮਹਿਲਾਂ ਦੇ ਵਿੱਚ ਜਾ ਕੇ ਮਹਿਲਾਂ ਵਾਲਾ ਰਾਜਾ ਉੱਥੇ ਬੈਠਾ ਕਿਸੇ ਦੀ ਸਾਰ ਨਹੀਂ ਲੈਂਦਾ। ਪਟਿਆਲੇ ਦੇ ਵਿੱਚ ਦੇਖ ਲਓ, ਇਸ ਤੋਂ ਪਹਿਲਾਂ 1100-1200 ਮੌਤ ਹੋ ਚੁੱਕੀ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ। ਇੱਕ ਦਿਨ ਵੀ ਉਹਨੂੰ ਇਹ ਨਹੀਂ ਲੱਗਿਆ ਵੀ ਮੈਂ ਉੱਥੇ ਜਾ ਕੇ ਕਿਸੇ ਦਾ ਕੋਈ ਪੁੱਛ ਲਵਾਂ, ਕੋਈ ਦਰਦ ਵੰਡਾਲਾਂ। ਇਹ ਸਾਡੇ ਸੀਨੇ ਦੇ ਦਰਦ ਹੈ ਤੇ ਮੈਂ ਫਿਰ ਇਸੇ ਕਾਰਨ ਕਰਕੇ ਵੀ ਮੈਨੂੰ ਆਪਣੀ ਪਾਰਟੀ 'ਚ ਇਹ ਚੰਗਾ ਲੱਗਿਆ ਤੇ ਮੈਨੂੰ ਪਿਆਰ ਦਿੱਤਾ ਸਾਰੀ ਪਾਰਟੀ ਨੇ। ਪਹਿਲਾਂ ਵੀ ਮੁਹੱਬਤ ਹੈ ਤੇ ਮਾਨ ਸਾਹਿਬ ਇਹ ਵੀ ਮੈਨੂੰ ਜਾਗ ਲਾਉਣ ਵਾਲੇ ਨੇ ਕਿਉਂਕਿ ਇਹਨਾਂ ਦੀ ਚੋਣ 'ਚ ਅਸੀਂ ਸ਼ੁਰੂ ਹੋਏ ਤਾਂ ਇਹਨਾਂ ਦੀ ਹੱਲਾਸ਼ੇਰੀ ਨਾਲ ਇਹ ਰਾਜਨੀਤੀ 'ਚ ਆਈ ਸੀ ਤੇ ਬਾਕੀ
ਹੁਣ ਜੋ ਪਾਰਟੀ ਜਿੱਥੇ ਸਾਡੀਆਂ ਡਿਊਟੀਆਂ ਲਾਊਗੀ ਅਸੀਂ ਉਹ ਮਨੋਂ ਪੂਰੀਆਂ ਕਰਾਂਗੇ। ਉਧਰ ਕਰੋਨਾ ਸੰਕਟ ਦੇ ਦਰਮਿਆਨ ਵੱਖੋ ਵੱਖਰੇ ਪ੍ਰਬੰਧ ਇੱਕ ਪਾਸੇ ਜਿੱਥੇ ਸਮਾਜਿਕ ਸੰਸਥਾਵਾਂ ਦੇ ਵੱਲੋਂ ਕੀਤੇ ਜਾਂਦੇ ਨੇ, ਉਧਰ ਸਿਆਸੀ ਧਿਰਾਂ ਦੇ ਵੱਲੋਂ ਵੀ ਅਜਿਹੇ ਪ੍ਰਬੰਧ ਕੀਤੇ ਜਾਂਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਗਾਤਾਰ ਕੋਵਿਡ ਕੇਅਰ ਸੈਂਟਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਦੇ ਵਿੱਚ ਵੀ ਚੌਥਾ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਸ ਮੌਕੇ ਦੇ ਉੱਤੇ ਸਥਾਪਨਾ ਦੇ ਲਈ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਹਾਜ਼ਰ ਰਹੇ ਨੇ। ਇਸ ਮੌਕੇ ਦੇ ਉੱਤੇ ਉਹਨਾਂ ਸਰਕਾਰ ਤੋਂ ਵੀ ਨਾਰਾਜ਼ਗੀ ਜਤਾਈ ਹੈ। ਅੱਜ ਗੁਰਦੁਆਰਾ ਵਜੀਦਪੁਰ ਸਾਹਿਬ ਫਿਰੋਜ਼ਪੁਰ ਜ਼ਿਲ੍ਹੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਫੋਂ 25 ਬਿਸਤਰਿਆਂ ਦਾ ਕੋਵਿਡ ਹਸਪੀਟਲ ਸੈਂਟਰ ਖੋਲ੍ਹ ਦਿੱਤਾ ਗਿਆ। ਮੈਂ ਧੰਨਵਾਦੀ ਹਾਂ ਬੀਬੀ ਜਗੀਰ ਕੌਰ ਜੀ ਦੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਗੁਰੂ ਰਾਮਦਾਸ ਯੂਨੀਵਰਸਿਟੀ ਜੋ HGPC ਦੀ ਯੂਨੀਵਰਸਿਟੀ ਹੈ, ਮੈਡੀਕਲ ਯੂਨੀਵਰਸਿਟੀ, ਉਹਨਾਂ ਦੇ ਵਾਈਸ ਚਾਂਸਲਰ ਡਾਕਟਰ AP ਸਿੰਘ ਜੀ ਦਾ ਤੇ ਉਹਨਾਂ ਦੇ ਸਟਾਫ ਦਾ ਸਾਰਾ ਧੰਨਵਾਦ ਹੈ, ਕਿਉਂਕਿ ਉਹਨਾਂ ਨੇ ਪਿਛਲੇ 15-20 ਦਿਨਾਂ ਤੋਂ ਬੜੀ ਮਿਹਨਤ ਨਾਲ ਸੇਵਾ ਸੰਭਾਲੀ ਹੈ। ਅੱਜ ਚੌਥਾ ਸੈਂਟਰ ਹੈ। ਤੁਸੀਂ ਦੇਖੋਗੇ ਤਕਰੀਬਨ 400 ਮਰੀਜ਼ ਪਿਛਲੇ 15 ਦਿਨਾਂ 'ਚ ਠੀਕ ਹੋ ਕੇ ਚਲੇ ਗਏ ਹੈ। ਐਡੀ ਵੱਡੀ ਸੇਵਾ ਹੈ। ਸੋ ਮੈਂ ਸਾਰੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਡਰਨ ਦੀ ਲੋੜ ਨਹੀਂ। ਲੋਕੀ ਪਿੰਡਾਂ 'ਚ ਘਬਰਾ ਜਾਂਦੇ ਹੈ। ਇੱਕ ਬੇਨਤੀ ਕਰਦਾ, ਜੇ ਤੁਹਾਨੂੰ ਕੋਵਿਡ ਦਾ ਕੋਈ ਵੀ ਸਿੰਪਟਮ ਆਏ, ਜਲਦੀ ਤੋਂ ਜਲਦੀ ਡਾਕਟਰ ਕੋਲੇ ਚਲੇ ਜਾਓ, ਤਾਂ ਹੀ ਉਹ ਜਾਨਾਂ ਬਚਣਗੀਆਂ। ਲੋਕੀ ਉਦੋਂ ਡਾਕਟਰ ਕੋਲ ਜਾਂਦੇ ਆ ਜਦੋਂ ਜਮਾਂ ਅਖੀਰਲਾ ਮੌਕਾ ਆਉਂਦਾ ਹੈ, ਨੁਕਸਾਨ ਹੋ ਜਾਂਦਾ ਹੈ। ਅਸੀਂ HGPC ਦਾ ਚੌਥਾ ਸੈਂਟਰ ਹੈ, 4 ਹੋਰ ਸੈਂਟਰ ਅਸੀਂ ਅਗਲੇ 2-3 ਦਿਨਾਂ 'ਚ ਹੋਰ ਖੋਲ੍ਹ ਦੇਣੇ ਆ। ਜੇ ਤੁਹਾਡੇ ਨੇੜੇ ਦਾ ਕੋਈ ਵੀ HGPC ਸੈਂਟਰ ਹੈ, ਤੁਸੀਂ ਉੱਥੇ ਪਹੁੰਚ ਸਕਦੇ ਹੋ। ਉੱਥੇ ਤੁਹਾਨੂੰ ਪੂਰਾ ਡਾਕਟਰ ਵੀ ਹੈਗੇ, ਨਰਸਿਸ ਵੀ ਹੈ, ਜਿਵੇਂ ਬੀਬੀ ਨੇ ਦੱਸਿਆ, ਹਰ ਕਿਸਮ ਦਾ ਇੰਤਜ਼ਾਮ ਹੈ। ਤੇ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਘਰ ਦੀ ਰੋਜ਼ ਉੱਥੇ ਬਾਣੀ ਸੁਣ ਕੇ ਮੈਨੂੰ ਲੱਗਦਾ ਤੁਸੀਂ ਆਪਣੇ ਆਪ ਹੀ ਠੀਕ ਹੋ ਜਾਓਗੇ। ਸੋ ਇੱਕ ਬਹੁਤ ਵਧੀਆ ਕਦਮ HGPC ਕਰ ਰਹੀ ਹੈ ਤੇ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਉਧਰ ਚੰਡੀਗੜ੍ਹ ਦੇ 43 ਸੈਕਟਰ ਦੇ ਵਿੱਚ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਵੱਲੋਂ ਕੋਵਿਡ ਕੇਅਰ ਸੈਂਟਰ ਦਾ ਸਥਾਪਨਾ ਕੀਤੀ ਗਈ ਹੈ, ਜਿਸ ਦੇ ਵਿੱਚ 50 ਦੇ ਕਰੀਬ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਲੈਵਲ 2 ਕਰੋਨਾ ਕੋਵਿਡ ਸੈਂਟਰ ਹੈ, ਜਿੱਥੇ ਲੈਵਲ 1 ਤੋਂ ਬਾਅਦ ਠੀਕ ਹੋਏ ਮਰੀਜ਼ਾਂ ਨੂੰ ਇੱਥੇ ਰੱਖਿਆ ਜਾਏਗਾ। ਦੱਸ ਦਈਏ ਕਿ ਇਸ ਕੋਵਿਡ ਕੇਅਰ ਸੈਂਟਰ ਦੇ ਵਿੱਚ ਕਈ ਅਤੀ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਇਸ ਮੌਕੇ ਦੇ ਉੱਤੇ ਪੰਜਾਬੀ ਕਲਾਕਾਰ ਗੁਰਪ੍ਰੀਤ ਘੁੱਗੀ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੋ ਆਪਸੀ ਰੌਲੇ ਦੇ ਵਿੱਚ ਸਰਕਾਰਾਂ ਚੱਲ ਰਹੀਆਂ ਨੇ, ਇਹਨਾਂ ਰੌਲਿਆਂ ਨੂੰ ਫਿਲਹਾਲ ਦੇ ਲਈ ਫੁੱਲ ਸਟਾਪ ਲਾ ਦੇਣਾ ਚਾਹੀਦਾ ਹੈ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਸਿਆਸਤ ਵੱਲ ਵੱਧ ਸਕਾਂਗੇ। ਜੇਕਰ ਪੰਜਾਬ ਨੂੰ ਬਚਾ ਲਈਏ ਇਸ ਮੌਕੇ ਦੇ ਉੱਤੇ, ਉਹ ਬਹੁਤ ਵੱਡੀ ਗੱਲ ਰਹੇਗੀ। ਮੈਂ ਦੇਖੋ ਜੀ ਕਿਸੇ ਇੱਕ ਪਾਰਟੀਕੂਲਰ ਪਾਰਟੀ ਨੂੰ ਕਿਉਂ ਕਵਾਂ। ਮੈਂ ਜੇ ਤੁਸੀਂ ਕਾਂਗਰਸ ਦੀ ਗੱਲ ਕੀਤੀ, ਮੈਂ BJP ਦੀ ਵੀ ਗੱਲ ਕਰਾਂਗਾ। ਤ੍ਰਿਣਮੂਲ ਕਾਂਗਰਸ ਨੇ ਵੀ ਫਾਈਟ ਕੀਤਾ, ਹੁਣੇ ਕੰਟੈਸਟ ਕੀਤਾ, ਉੱਥੇ ਲੱਖਾਂ ਦੀਆਂ ਰੈਲੀਆਂ ਹੋਈਆਂ ਨੇ। ਸੋ ਪੋਲੀਟੀਕਲ ਪਾਰਟੀਆਂ ਨੂੰ ਜਿੰਨੀ ਜ਼ਿੰਮੇਵਾਰੀ ਆਪਣੀ ਸਮਝਣੀ ਚਾਹੀਦੀ ਸੀ, ਉਨੀ ਕਿਸੇ ਪਾਰਟੀ ਨੇ ਵੀ ਨਹੀਂ ਸਮਝੀ। ਪਿੱਛੇ ਜੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਤ ਵੱਡੀਆਂ ਗੈਦਰਿੰਗਸ ਕੀਤੀਆਂ, ਬਾਅਦ 'ਚ ਸੁਖਬੀਰ ਜੀ ਨੂੰ ਵੀ ਇਸ ਚੀਜ਼ ਦਾ ਮੈਨੂੰ ਲੱਗਦਾ ਨੁਕਸਾਨ ਹੋਇਆ, ਉਹ ਵੀ ਕੋਵਿਡ ਪੇਸ਼ੈਂਟ ਬਣ ਗਏ। ਸੋ ਇਹ ਚੀਜ਼ ਸਾਰਿਆਂ ਨੂੰ ਸਮਝਣ ਵਾਲੀ ਗੱਲ ਹੈ। ਕਾਂਗਰਸ ਨੂੰ ਵੀ ਚਾਹੀਦਾ ਕਿ ਇਸ ਵੇਲੇ ਆਪਣੀ ਜਿਹੜੀ ਅੰਦਰੂਨੀ ਜੰਗ ਹੈ ਉਹਨੂੰ ਖਤਮ ਕਰੇ, ਔਰ ਜੇ ਅੰਦਰੂਨੀ ਜੰਗ ਹੈ ਤਾਂ ਅੰਦਰ ਹੀ ਰੱਖਿਆ ਜਾਵੇ। ਬਾਹਰ ਜੋ ਮੈਸੇਜ ਆਵੇ ਉਹ ਲੋਕਾਂ ਦੀ ਭਲਾਈ ਦਾ ਆਵੇ, ਔਰ ਅਸੀਂ ਕੋਵਿਡ ਕਰੋਨਾ ਦੇ ਨਾਲ ਕਿਵੇਂ ਲੜਨਾ ਉਹ ਮੈਸੇਜ ਆਉਣਾ ਚਾਹੀਦਾ। ਕਿਸੇ ਵੀ ਇੱਕ ਪਾਰਟੀਕੂਲਰ ਪਾਰਟੀ ਤੋਂ ਅਗਰ ਕੋਈ ਸੈਕੰਡ ਮੈਸੇਜ ਆਉਂਦਾ ਹੈ ਕਿ ਸਾਨੂੰ ਆਹ ਲਾਲਚ ਹੈ ਜਾਂ ਅਸੀਂ ਆਹ ਦੇ ਦਾਂਗੇ ਜਾਂ ਲੈ ਲਾਂਗੇ ਜਾਂ ਸਾਡੀ ਆਪਸੀ ਲੜਾਈ ਹੈ, ਇਹ ਬਹੁਤ ਮੰਦਭਾਗਾ ਹੈ। ਅਸੀਂ ਸਾਰੇ ਹੀ ਇਹਨੂੰ ਕੰਡੈਮ ਕਰਦੇ ਹਾਂ। ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਇਸ ਮਹਾਮਾਰੀ ਨਾਲ ਲੜ ਲਓ। ਆਪਸ 'ਚ ਲੜਨ ਲਈ ਬਹੁਤ ਟਾਈਮ ਹੈ, ਬਾਅਦ 'ਚ ਭਾਵੇਂ ਇੱਕ ਦੂਜੇ ਦੇ ਕੁੜਤੇ ਪਾੜ ਦਿਓ ਖਿੱਚ ਕੇ, ਕੋਈ ਗੱਲ ਨਹੀਂ। ਇਹ ਨਾ ਆਪਣਾ ਸੈਂਟਰ ਬਣਿਆ ਸੀਗਾ ਕਿਉਂਕਿ ਸਰਕਾਰ ਨੇ ਨਾ ਪਿੱਛੇ ਪ੍ਰਸ਼ਾਸਨ ਨੇ ਅਪੀਲ ਕੀਤੀ ਸੀਗੀ ਕਿ ਵੀ ਇਹਨਾਂ ਦੀ ਜਿਹੜੇ ਨਾਰਮਲ ਹਸਪਤਾਲ ਨੇ ਨਾ, ਉਹਨਾਂ ਵਿੱਚ ਬੈੱਡ ਦੀ ਘਾਟ ਹੋ ਗਈ ਸੀ। ਸੋ ਉਹਨਾਂ ਨੂੰ ਉਹ ਚਾਹੁੰਦੇ ਸੀਗੇ ਕਿ ਵੀ ਜਿਹੜਾ ਕੋਈ ਲੈਵਲ 2 ਦਾ ਜਿਹੜਾ ਕੋਈ ਸੈਂਟਰ ਬਣ ਜਾਣ, ਜਿਹਦੇ ਵਿੱਚ ਉਹ ਜੇ ਪੇਸ਼ੈਂਟ ਜਿਹੜੇ ਕਿ ਉੱਥੇ ਰਿਕਵਰ ਹੋ ਰਹੇ ਨੇ, ਉਹਨਾਂ ਦੀ ਆਕਸੀਜਨ ਲੈਵਲ ਤਕਰੀਬਨ 90 ਤੱਕ ਪਹੁੰਚ ਗਿਆ, ਪਰ ਉਹਨਾਂ ਨੂੰ ਹਾਲੇ ਵੀ ਆਕਸੀਜਨ ਦੀ ਲੋੜ ਹੈ, ਤੇ ਉਹ ਜੇ ਕੋਈ ਸੈਂਟਰ ਬਣ ਜਾਣ ਤਾਂ ਕਿ ਉਹ ਜਿਹੜੇ ਉਸ ਹਸਪਤਾਲ ਤੋਂ ਡਿਸਚਾਰਜ ਹੋ ਕੇ ਤੇ ਉੱਥੇ ਸਿਰਫ ਜਿਹੜੇ ਹੋਰ ਸੀਰੀਅਸ ਪੇਸ਼ੈਂਟ ਨੇ ਉਹਨਾਂ ਦੇ ਲਈ ਮੰਜੇ ਅਵੇਲੇਬਲ ਹੋ ਜਾਣ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਯੂਨਾਈਟਿਡ ਸਿੱਖ ਨੇ ਬੇੜਾ ਚੱਕਿਆ, ਹੋਰਨਾਂ ਨੇ ਵੀ ਚੱਕਿਆ। ਇਹਨਾਂ ਨੇ 9 ਮੇਰੇ ਖਿਆਲ ਇਹੋ ਜਿਹੇ ਸੈਂਟਰ ਦਾ ਇੱਥੇ ਕੀਤਾ। ਸੋ ਅਸੀਂ 43 ਸੈਕਟਰ ਸਪੋਰਟ ਸੈਂਟਰ ਨੂੰ ਇਹਨਾਂ ਨੇ ਸਾਨੂੰ ਦਿੱਤਾ, ਜਿੱਥੇ ਅਸੀਂ ਕਿਹਾ ਸੀ ਅਸੀਂ 50 ਬੈੱਡ ਇੱਕ ਬਣਾਵਾਂਗੇ
ਜਿੱਤੇ ਵਿੱਚ ਸਾਡਾ ਸਿਰਫ ਤੇ ਸਿਰਫ ਸਾਡਾ ਹੈਗਾ ਆਕਸੀਜਨ ਐਂਡ ਅਦਰ ਮੈਡੀਸਿਨਸ, ਜਿਹੜੀ ਨਾਰਮਲ ਮੈਡੀਸਿਨਸ ਨੇ। ਸਾਡੇ ਕੋਲ ਕੋਈ ਆਈਸੀਯੂ ਫੈਸਿਲਿਟੀ ਨਹੀਂ ਹੈ। ਵੀ ਆਰ ਅ ਰੈਫਰਲ ਸੈਂਟਰ। ਸਾਡੇ ਕੋਲ ਪੇਸ਼ੈਂਟ ਜਿਹੜਾ ਹੈਗਾ ਉਹ 32 ਸੈਕਟਰ ਤੋਂ ਹੀ ਰੈਫਰ ਹੋ ਕੇ ਆਏਗਾ। ਬੀਤੇ ਦਿਨਾਂ ਤੌਂਤੀ ਤੂਫਾਨ ਦੇ ਆਉਣ ਤੇ ਚੱਲਦਿਆਂ ਗੁਜਰਾਤ ਦੇ ਵਿੱਚ ਵੱਡਾ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਇਸ ਦਾ ਪ੍ਰਭਾਵ ਰਾਜਸਥਾਨ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਤੇ ਚਰਚਾਵਾਂ ਸੀ ਕਿ ਹਰਿਆਣਾ ਅਤੇ ਪੰਜਾਬ ਵੀ ਇਸ ਦੀ ਚਪੇਟ ਦੇ ਵਿੱਚ ਆ ਸਕਦਾ ਹੈ, ਪਰ ਪੰਜਾਬ ਦੇ ਵਿੱਚ ਇਸ ਦਾ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ। ਪਰ ਜੇਕਰ ਗੱਲ ਇਸ ਤੋਂ ਬਾਅਦ ਦੇ ਪ੍ਰਬੰਧਾਂ ਦੀ ਕਰੀਏ ਤਾਂ ਇਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਮੀਂਹ ਵੇਖਣ ਨੂੰ ਮਿਲਿਆ। ਦਿੱਲੀ ਸਮੇਤ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ਹੈ, ਜਿਸ ਤੋਂ ਬਾਅਦ ਕਈ ਵੱਡੇ ਪੱਧਰ ਦੇ ਉੱਤੇ ਨੁਕਸਾਨ ਵੀ ਵੇਖਣ ਨੂੰ ਮਿਲੇ ਨੇ। ਦਿੱਲੀ ਦੇ ਵਿੱਚ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਾਰੇ ਤੂਫਾਨ ਨੇ ਮੌਸਮ ਨੂੰ ਬਦਲ ਕੇ ਰੱਖ ਦਿੱਤਾ ਹੈ ਤੇ ਅਜਿਹੇ ਰਿਕਾਰਡ ਟੁੱਟ ਚੁੱਕੇ ਨੇ ਜਿਹੜੇ ਮੀਂਹ ਦੇ ਅੱਜ ਤੱਕ ਨਹੀਂ ਸੀ ਰਿਕਾਰਡ ਕੀਤੇ ਗਏ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਮਾਨਸੂਨ ਦਾ भी कारण बन सकता है ये तूफान। नहीं, देखिए काल का जो था वो तो हम लोग पहले बोले थे 2-3 दिन पहले कि जो गुजरात से होते हुए जो टोकट का जो साइक्लोन है टोकट है उसका रेमिनेंस आएगा राजस्थान, हरियाणा, दिल्ली, उत्तराखंड और पश्चिम उत्तर प्रदेश में हेवी टू वेरी यानी बारिश होगा। तो कल बिल्कुल वही हुआ। दिल्ली का जो वेदर है कल देखे होंगे कि कभी इतिहास में ऐसा नहीं था कि धूप का सीजन में दिन भर जो है तापमान जो है इतना कम हो गया कि कभी इतिहास में नहीं था। ठंड लगा दी। और जो बारिश का जो 24 आवर कल आफ्टरनून से आज सुबह तक जो हुआ वो 11-12 सेंटीमीटर, वो भी पहले बार मतलब रिकॉर्ड ब्रेकिंग रेंज है। दिल्ली में नहीं है, सारा उत्तर भारत में भी बारिश हुआ है। जैसे गोरखपुर है, मेरठ में भी बहुत ज़्यादा बारिश हुआ है। बहुत सारा आगरा और अलीगढ़, लखनऊ तक है। और राजस्थान में तो है ही है, उदयपुर सबसे ज़्यादा, जयपुर भी हुआ और हरियाणा में हुआ, गुड़गांव वगैरह बहुत सारा। अभी तो क्लियर हो गया। अभी जो है इम्पैक्ट ऑलमोस्ट अभी नहीं है। थोड़ा बहुत जो है उत्तराखंड और पश्चिम उत्तर प्रदेश में है 24 आवर्स के लिए हम लोग वारंटी रखते हैं। बाकी तो कोई बारिश का संभावना नहीं है। कोरोना कहर ਦੇ ਚੱਲਦਿਆਂ ਕਈ ਇਲਾਕਿਆਂ ਦੇ ਵਿੱਚ ਲਾਕਡਾਊਨ ਦੇ ਸਮੇਂ ਦੇ ਵਿੱਚ ਤਬਦੀਲੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਸਿਰਫ ਕੁਝ ਸਮੇਂ ਦੀ ਛੂਟ ਦਿੱਤੀ ਜਾਂਦੀ ਹੈ। ਇਸ ਦਰਮਿਆਨ ਟੈਕਸੀ ਚਾਲਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੀ ਇਜਾਜ਼ਤ ਨਹੀਂ ਹੈ, ਜਿਸ ਦੀ ਚੱਲਦਿਆਂ ਲੁਧਿਆਣਾ ਦੇ ਵਿੱਚ ਟੈਕਸੀ ਚਾਲਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਦੌਰ ਦੇ ਵਿੱਚ ਬੱਸਾਂ ਚੱਲ ਸਕਦੀਆਂ ਨੇ ਤਾਂ ਟੈਕਸੀਆਂ ਕਿਉਂ ਨਹੀਂ ਚੱਲ ਸਕਦੀਆਂ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਕਾਰੋਬਾਰ ਪਹਿਲਾਂ ਹੀ ਤਹਿਸ ਨਹਿਸ ਹੋ ਚੁੱਕਿਆ ਹੈ। ਵੱਡੇ ਪੱਧਰ ਦੇ ਉੱਤੇ ਬੈਂਕਾਂ ਦੇ ਲੋਨਾਂ ਦੀਆਂ ਕਿਸ਼ਤਾਂ ਨੇ, ਜੋ ਗੱਡੀਆਂ ਉਹਨਾਂ ਦੀਆਂ ਟੈਕਸੀਆਂ ਨੇ ਉਹਨਾਂ ਦੇ ਲੋਨ ਚੱਲ ਰਹੇ ਨੇ, ਉਹਨਾਂ ਦੀਆਂ ਕਿਸ਼ਤਾਂ ਨੇ। ਸੋ ਇਸ ਦੇ ਚੱਲਦਿਆਂ ਉਹਨਾਂ ਨੂੰ ਟੈਕਸੀ ਚਲਾਉਣ ਦੀ ਇਜਾਜ਼ਤ ਜਿਹੜੀ ਮਿਲਣੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਜਿਹੜੀਆਂ ਨੀਤੀਆਂ ਬਣਾ ਕੇ ਦਿੱਤੀਆਂ ਨੇ ਉਹਨਾਂ ਦੇ ਨੀਤੀਆਂ ਦੇ ਚੱਲਦੇ ਹੋਏ ਸਾਨੂੰ ਜਿਹੜਾ ਜੋ ਵੀ ਹੈ ਸਾਨੂੰ ਭੁੱਖੇ ਮਰਨ ਤੇ ਉਹਨਾਂ ਨੇ ਕਰਤਾ, ਮਜਬੂਰ ਕਰਤਾ। ਸਾਡੀਆਂ ਗੱਡੀਆਂ ਨੂੰ 2-2 ਮਹੀਨੇ ਹੋ ਗਏ ਖੜੀਆਂ ਨੂੰ। ਪਿਛਲੇ ਕਰੋਨਾ ਦੇ ਵਿੱਚ ਵੀ ਅਸੀਂ ਵਿਹਲੇ ਖੜੇ ਰਹੇ, ਘਰੇ ਬੈਠਿਆਂ ਨੇ ਕਿਸ਼ਤਾਂ ਦਿੱਤੀਆਂ, ਜਿਹੜੇ 4 ਪੈਸੇ ਜੋੜੇ ਹੋਏ ਸੀ ਉਹ ਤਾਂ ਦੇਤੇ ਅਸੀਂ ਬੈਂਕ ਵਾਲਿਆਂ ਨੂੰ। ਆਪਣੇ ਜਵਾਕਾਂ ਨੂੰ ਕੀ ਖਵਾਈਏ ਹੁਣ ਅਸੀਂ? ਸਰਕਾਰ ਸਾਨੂੰ ਕੋਈ ਸਹੂਲਤ ਨਹੀਂ ਦੇ ਰਹੀ। ਟੈਕਸੀਆਂ ਦੇ ਵਿੱਚ ਜੇ ਬੱਸ ਦੇ ਵਿੱਚ 50 ਸਵਾਰੀਆਂ ਜਾ ਸਕਦੀਆਂ ਉਹਨਾਂ ਨੂੰ ਕਰੋਨਾ ਨਹੀਂ ਹੁੰਦਾ। ਜੇ ਸਾਡੀ ਗੱਡੀ ਦੇ ਵਿੱਚ 2 ਤੋਂ 3 ਸਵਾਰੀਆਂ ਹੋ ਜਾਂਦੀਆਂ ਕਰੋਨਾ ਹੁੰਦਾ। ਜਿੱਥੇ ਮਰਜ਼ੀ ਪੁਲਿਸ ਵਾਲਾ, ਜਿਹੜਾ ਮਰਜ਼ੀ ਪੁਲਿਸ ਵਾਲਾ ਆਪਾਂ ਨੂੰ ਖੜੇ ਕਰ ਲੈਂਦਾ ਆ ਕੇ ਸਾਨੂੰ ਇਹ ਗੱਲ ਕਹਿੰਦਾ ਜੀ ਤੁਸੀਂ ਕਰੋਨਾ ਟੈਸਟ ਕਰਵਾਇਆ। ਜੇ ਉਹਨੂੰ ਕਹਿੰਦਾ ਵੀ ਅਸੀਂ ਕਰੋਨਾ ਦਾ ਵੈਕਸੀਨ ਲਵਾਈ ਹੋਈ ਆ, ਵੀ ਆਹ ਵੈਕਸੀਨ ਦਾ ਮੈਸੇਜ ਹੈ, ਉਹਨੂੰ ਉਸ ਚੀਜ਼ ਨੂੰ ਮੰਨਦਾ ਹੀ ਨਹੀਂ। ਉਹ ਕਹਿੰਦਾ ਜੀ ਮੈਨੂੰ ਤਾਂ ਕਰੋਨਾ ਟੈਸਟ ਚਾਹੀਦਾ। ਕਰੋਨਾ ਟੈਸਟ ਦੱਸੋ ਕਿੱਥੋਂ ਲੈ ਕੇ ਆਈਏ ਅਸੀਂ? ਕਿਹੜਾ ਦੂਜੇ ਦਿਨ ਕਰੋਨਾ ਟੈਸਟ ਕਰਾਈਏ ਅਸੀਂ? ਮੰਗ ਅਸੀਂ ਇਹ ਕਰਦੇ ਹਾਂ ਵੀ ਟੈਕਸੀਆਂ ਵਾਲਿਆਂ ਨੂੰ ਸਹੂਲਤ ਦਿੱਤੀ ਜਾਵੇ। ਜਿੰਨੀ ਸੀਟਡ ਗੱਡੀ ਆ ਘੱਟੋ ਘੱਟ ਉਨੀਆਂ ਸਵਾਰੀਆਂ ਤਾਂ ਜਾਣ, ਉਨੀਆਂ ਸਵਾਰੀਆਂ ਤਾਂ ਲੈ ਕੇ ਜਾਵੇ। ਭੁੱਖੇ ਮਰਨ ਦਾ ਕਾਰਨ ਇਹ ਆ ਸਾਡੇ ਤਾਂ ਗੱਡੀਆਂ ਖੜੀਆਂ ਬਈ 2-2 ਮਹੀਨੇ ਹੋ ਗਏ ਗੇੜਾ ਲਾਇਆ ਨੂੰ ਗੱਡੀਆਂ ਨੇ। ਗੱਡੀਆਂ ਦੇ ਬਗੈਰ ਸਾਡੇ ਕੰਮ ਕਰ ਰਹੇ ਨਹੀਂ। ਕਿਸ਼ਤਾਂ ਗੱਡੀਆਂ ਦੀਆਂ ਸਾਰੀਆਂ ਵਾ ਜੀ, ਬਿਜਲੀ ਦੇ ਬਿੱਲ ਆ, ਬੱਚਿਆਂ ਦੀਆਂ ਫੀਸਾਂ ਨੇ, ਡੀਜ਼ਲ ਉਤੋਂ ਦੀ ਮਹਿੰਗਾ ਹੋ ਗਿਆ ਜੀ ਇੰਨਾ ਜ਼ਿਆਦਾ। ਸਰਕਾਰ ਸਾਨੂੰ ਸਹੂਲਤ ਤਾਂ ਕੋਈ ਨਹੀਂ ਦੇ ਰਹੀ, ਉਲਟਾ ਸਾਡੇ 'ਤੇ ਪਾਬੰਦੀਆਂ ਲਾ ਕੇ ਸਾਨੂੰ ਕੰਮਕਾਰ, ਸਾਡੇ ਰੁਜ਼ਗਾਰ ਜਮਾਂ ਬੰਦ ਕੀਤੇ ਪਏ ਆ ਸਰਕਾਰ ਨੇ। ਮੰਗਾਂ ਸਾਡੀਆਂ ਇਹੀ ਆ ਸਰਕਾਰ ਕੋਲੋਂ, ਜਿਹੜੀਆਂ ਸਵਾਰੀਆਂ ਦੇ ਇਹਨਾਂ ਨੇ ਲਾਇਆ ਨਾ ਜੀ ਵੀ 2 ਸਵਾਰੀਆਂ ਅਲਾਉਡ ਆ। ਜਿਹੜੀ 7 ਸੀਟਰ ਗੱਡੀ ਆ ਉਹ ਸਵਾਰੀ ਲੈ ਕੇ ਜਾਂਦੀ ਹੈ, ਜੇ 4 ਵੀ ਨਾ ਸਰਕਾਰ ਨੂੰ ਉਹਨੂੰ ਛੋਟ ਦੇਣੀ ਚਾਹੀਦੀ ਆ ਜੀ, ਟੈਕਸੀ ਗੱਡੀਆਂ ਦੀ ਖਾਸ ਕਰਕੇ, ਕਿਉਂਕਿ ਨਹੀਂ ਤਾਂ ਸਾਡੇ ਪੁਲਿਸ ਵਾਲੇ ਰੋਕ ਕੇ ਚਲਾਨ ਕਰਦੇ ਆ ਜੀ। ਸਾਰੇ ਆਉਂਦੀ ਹੈ ਦਿੱਕਤ, ਪੰਜਾਬ 'ਚ ਪੂਰੇ ਜਾਂਦੀ ਆ। ਪੰਜਾਬ ਤੋਂ ਬਾਹਰ ਚਲੇ ਜਾਂਦੇ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ। ਜੇ ਕਹਿ ਵੀ ਦਈਦਾ ਵੀ ਟੈਕਸੀ ਗੱਡੀ ਹੈ ਤਾਂ ਉਹ ਮੰਨ ਲੈਂਦੇ ਆ ਜੀ ਸਾਡੀ ਪ੍ਰੋਬਲਮ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।